ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ। ਅੱਜ ਆਪਾਂ ਬੇਟਾ ਤੁਹਾਡੇ ਲਈ ਜੋ ਮੈਥ ਦੇ ਅਸਾਈਨਮੈਂਟ ਟੈਸਟ ਚੱਲ ਰਹੇ ਨੇ ਉਹਨਾਂ ਦੇ ਵਿੱਚੋਂ ਆਪਾਂ ਟੈਸਟ ਪਹਿਲਾ ਹੱਲ ਕਰਾਂਗੇ, ਜਿਹਦੇ ਵਿੱਚ ਇੱਕ ਇੱਕ ਅੰਕ ਵਾਲੇ ਕੁਐਸਚਨ ਸੀਗੇ ਚੈਪਟਰ ਨੰਬਰ 1 ਤੋਂ ਲੈ ਕੇ ਚੈਪਟਰ ਨੰਬਰ 7 ਤੱਕ। ਠੀਕ ਹੈ, ਕੁੱਲ 50 ਕੁਐਸਚਨ ਬੇਟਾ ਇਸ ਟੈਸਟ ਦੇ ਵਿੱਚ ਸੀਗੇ। ਪਹਿਲੇ 7 ਚੈਪਟਰਾਂ ਦੇ ਵਿੱਚੋਂ ਆਪਾਂ ਇੱਕ ਇੱਕ ਕਰਕੇ ਇਹਨਾਂ ਨੂੰ ਹੱਲ ਕਰਾਂਗੇ। ਤੁਸੀਂ ਵੀ ਇਹਨਾਂ ਨੂੰ ਹੱਲ ਕੀਤਾ ਹੋਏਗਾ, ਜੇ ਨਹੀਂ ਕੀਤਾ ਤਾਂ ਤੁਸੀਂ ਇਹਨਾਂ ਨੂੰ ਸਮਝ ਲੈਣਾ। ਠੀਕ ਹੈ, ਅਤੇ ਜਿਨ੍ਹਾਂ ਨੇ ਕੀਤਾ ਸੀ ਉਹਨਾਂ ਨੇ ਆਪਣੇ ਆਨਸਰਸ ਦਾ ਮਿਲਾਨ ਕਰ ਲੈਣਾ ਵੀ ਅਸੀਂ ਸਹੀ ਕੀਤਾ ਸੀ ਜਾਂ ਗਲਤ ਕੀਤਾ ਸੀ। ਠੀਕ ਹੈ ਬੇਟਾ, ਕਰੀਏ ਸਟਾਰਟ। ਫਸਟ ਕੁਐਸਚਨ ਤੋਂ, ਦਿੱਤੀ ਗਈ AP -5 -1 3 7 ਦਾ ਸਾਂਝਾ ਅੰਤਰ ਲਿਖੋ। ਇਹਨਾਂ ਦੇ ਵਿੱਚੋਂ ਆਪਾਂ ਸਾਂਝਾ ਅੰਤਰ ਦੱਸਣਾ ਕੀ ਆਏਗਾ। ਦੇਖੋ ਬੇਟਾ, ਜੋ ਸਾਂਝਾ ਅੰਤਰ ਆਪਾਂ ਕੱਢਣਾ ਹੈ, ਦੂਜੀ ਟਰਮ ਦੇ ਵਿੱਚੋਂ ਪਹਿਲੀ ਟਰਮ ਨੂੰ ਆਪਾਂ ਘਟਾਉਣਾ। D ਬਰਾਬਰ -1 -5 -1 ਦੇ ਵਿੱਚੋਂ ਆਪਾਂ -5 ਘਟਾਉਣਾ। -1 ਮਾਈਨਸ ਪਲੱਸ ਹੋ ਜਾਏਗਾ। -1 + 5 ਮਤਲਬ 4। ਸਾਂਝਾ ਅੰਤਰ ਕਿੰਨਾ ਆ ਜਾਏਗਾ ਬੇਟਾ? 4 ਆ ਜਾਏਗਾ। ਦੂਜੀ ਆਪਸ਼ਨ ਸਹੀ ਆ ਜਾਏਗੀ। ਨੈਕਸਟ ਕੁਐਸਚਨ ਦੂਜਾ, ਘਾਤ 1 ਦੇ ਬਹੁਪਦ ਨੂੰ ਡੈਸ਼ ਕਹਿੰਦੇ ਹਨ। ਕੀ ਕਹਿੰਦੇ ਨੇ ਵੀ? ਘਾਤ 1 ਦੇ ਬਹੁਪਦ ਨੂੰ ਰੇਖੀ ਬਹੁਪਦ ਕਹਿੰਦੇ ਨੇ। ਜੇ ਘਾਤ 2 ਹੋਵੇ ਫਿਰ 2 ਘਾਤੀ ਬਹੁਪਦ, ਜੇ ਘਾਤ 3 ਹੋਵੇ ਫਿਰ 3 ਘਾਤੀ ਬਹੁਪਦ ਕਹਿੰਦੇ ਨੇ। ਠੀਕ ਹੈ ਜੀ। ਨੈਕਸਟ, ਬਹੁਪਦ PX ਬਰਾਬਰ x² - 3 ਵਿੱਚ ਸਿਫਰਾਂ ਦੀ ਗਿਣਤੀ ਹੈ। ਦੇਖੋ ਬੇਟਾ, ਜੇ 2 ਘਾਤੀ ਬਹੁਪਦ ਹੈ, ਇਹ 2 ਘਾਤੀ ਬਹੁਪਦ ਹੈ ਤਾਂ ਇਹਦੇ ਵਿੱਚ ਸਿਫਰਾਂ ਦੀ ਗਿਣਤੀ 2 ਹੋਏਗੀ। ਠੀਕ ਹੈ, 2 ਘਾਤੀ ਬਹੁਪਦ ਹੈ ਅਤੇ ਸਿਫਰਾਂ ਦੀ ਗਿਣਤੀ ਕਿੰਨੀ ਹੋਏਗੀ? 2 ਹੋਏਗੀ। ਨੈਕਸਟ ਕੁਐਸਚਨ ਦੇਖੋ ਬੇਟਾ, ਦਿੱਤੀ ਗਈ AP -5 -3 1 3 ਦਾ ਸਾਂਝਾ ਅੰਤਰ ਲਿਖੋ। ਇਹਦੇ ਵਿੱਚ ਵੀ ਆਪਾਂ ਉਵੇਂ ਕਰਾਂਗੇ। -3 ਦੇ ਵਿੱਚੋਂ ਆਪਾਂ -5 ਘਟਾ ਦਾਂਗੇ। D ਆਪਣੇ ਕੋਲ ਆ ਜਾਏਗਾ। -3 ਮਾਈਨਸ ਪਲੱਸ ਹੋ ਜਾਏਗਾ। ਕਿੰਨਾ ਆ ਜਾਏਗਾ? DB ਪਲੱਸ ਦਾ 2। ਸਾਂਝਾ ਅੰਤਰ ਇਹਦੇ ਵਿੱਚ ਕੀ ਆ ਜਾਏਗਾ? ਪਲੱਸ ਦਾ 2 ਆ ਜਾਏਗਾ। ਠੀਕ ਹੈ, ਇੱਕ ਅਭਾਜ ਸੰਖਿਆ ਦੇ ਡੈਸ਼ ਗੁਣਨਖੰਡ ਹੁੰਦੇ ਹਨ। ਕਿੰਨੇ ਹੁੰਦੇ ਨੇ? 2। ਇੱਕ ਅਭਾਜ ਸੰਖਿਆ ਦੇ 2 ਗੁਣਨਖੰਡ ਹੁੰਦੇ ਨੇ, ਪਰ ਭਾਜ ਸੰਖਿਆ ਦੇ ਗੁਣਨਖੰਡ 2 ਤੋਂ ਵੱਧ ਹੁੰਦੇ ਨੇ। ਠੀਕ ਹੈ, 2 ਤੋਂ ਵੱਧ। ਭਾਜ ਸੰਖਿਆ ਦੇ ਗੁਣਨਖੰਡ 2 ਤੋਂ ਵੱਧ ਹੋਣਗੇ, ਪਰ ਅਭਾਜ ਸੰਖਿਆ ਦੇ ਗੁਣਨਖੰਡ ਕਿੰਨੇ ਹੁੰਦੇ ਨੇ? 2 ਹੁੰਦੇ ਨੇ। ਠੀਕ ਹੈ। ਨੈਕਸਟ ਅਗਲਾ, y ਧੁਰੇ 'ਤੇ ਸਥਿਤ ਕਿਸੇ ਬਿੰਦੂ ਦੇ ਨਿਰਦੇਸ਼ ਅੰਕ ਕੀ ਹੁੰਦੇ ਹਨ? y ਧੁਰੇ 'ਤੇ ਸਥਿਤ ਹੈ ਤਾਂ ਉਹਦੇ ਲਈ x ਕੀ ਹੋਏਗਾ? 0 ਹੋਏਗਾ। ਜੇ ਕੋਈ ਬਿੰਦੂ y ਧੁਰੇ 'ਤੇ ਆ ਉਹਦੇ ਲਈ x 0 ਹੋਏਗਾ ਤਾਂ ਇਹ ਬਿੰਦੂ ਸਹੀ ਬਣੇਗਾ। 0y। ਠੀਕ ਹੈ, y ਧੁਰੇ 'ਤੇ ਕਿਸੇ ਬਿੰਦੂ ਦੇ ਨਿਰਦੇਸ਼ ਅੰਕ 0y ਹੋਣਗੇ ਜਾਂ x ਵਾਲਾ ਪੁਆਇੰਟ 0 ਹੋਏਗਾ। ਠੀਕ ਹੈ, ਜੇ x ਧੁਰੇ 'ਤੇ ਪੁੱਛ ਲੈਣ ਫਿਰ ਕੀ ਹੋਊਗਾ? y 0 ਹੋਊਗਾ। ਠੀਕ ਹੈ, ਜੇ y ਧੁਰੇ 'ਤੇ ਪੁੱਛ ਲੈਣ x 0 ਹੋਊਗਾ। ਜੇ ਆਪਾਂ ਨੂੰ x ਧੁਰੇ 'ਤੇ ਪੁੱਛ ਲੈਂਦੇ ਤਾਂ ਆਪਾਂ y 0 ਵਾਲਾ ਪੁਆਇੰਟ ਚੁਣਨਾ ਸੀ। ਠੀਕ ਹੈ। ਨੈਕਸਟ ਕੁਐਸਚਨ, ਦਿੱਤੀ ਗਈ AP 3 1 -3 ਦਾ ਸਾਂਝਾ ਅੰਤਰ ਪਤਾ ਕਰੋ। ਦੇਖੋ ਜੀ, 1 ਦੇ ਵਿੱਚੋਂ ਆਪਾਂ ਕੀ ਘਟਾਉਣਾ? 3। ਕਿੰਨਾ ਆ ਜਾਏਗਾ ਫਿਰ? 1 ਤੋਂ 3 ਘਟਾ ਕੇ ਮਾਈਨਸ ਦਾ 2, ਤਾਂ ਸਾਂਝਾ ਅੰਤਰ ਕੀ ਆ ਜਾਏਗਾ? -2 ਆ ਜਾਏਗਾ। ਠੀਕ ਹੈ। ਨੈਕਸਟ ਕੁਐਸਚਨ 8ਵਾਂ, ਕਿਸੇ ਬਿੰਦੂ ਦੀ x ਧੁਰੇ ਤੋਂ ਦੂਰੀ ਉਸ ਬਿੰਦੂ ਦਾ ਡੈਸ਼ ਕਹਾਉਂਦੀ ਹੈ। x ਧੁਰੇ ਤੋਂ ਦੂਰੀ ਉਸ ਬਿੰਦੂ ਦਾ ਕੋਟੀ ਅਖਵਾਉਂਦੀ ਹੈ। ਠੀਕ ਹੈ ਬੇਟਾ, x ਧੁਰੇ ਤੋਂ ਦੂਰੀ ਪੁੱਛ ਲੈਣ ਤਾਂ ਕੋਟੀ। ਜੇ y ਧੁਰੇ ਤੋਂ ਦੂਰੀ ਪੁੱਛ ਲੈਂਦੇ ਆਪਾਂ ਨੂੰ, y ਧੁਰੇ ਤੋਂ ਦੂਰੀ ਪੁੱਛ ਲੈਂਦੇ ਫਿਰ ਆਪਾਂ ਕੀ ਲਿਖਦੇ? ਭੁਜ। ਠੀਕ ਹੈ, ਇਹ ਯਾਦ ਰੱਖਣਾ। ਹੁਣ x ਧੁਰੇ ਤੋਂ ਦੂਰੀ ਪੁੱਛੀ ਹੈ ਤਾਂ ਕੋਟੀ, ਜੇ y ਧੁਰੇ ਤੋਂ ਦੂਰੀ ਪੁੱਛ ਲੈਂਦੇ ਫਿਰ ਆਪਾਂ ਕੀ ਲਿਖਣਾ ਸੀ? ਭੁਜ। ਠੀਕ ਹੈ। ਅਗਲਾ ਕੁਐਸਚਨ, 2 ਧਨਾਤਮਕ ਸੰਪੂਰਨ ਸੰਖਿਆਵਾਂ A ਅਤੇ B ਲਈ A × B ਬਰਾਬਰ HCF AB ਗੁਣਾ LCM AB ਹੁੰਦਾ ਹੈ। ਠੀਕ ਹੈ ਵੀ, 2 ਸੰਖਿਆਵਾਂ ਦਾ ਗੁਣਨਫਲ ਬਰਾਬਰ ਮੱਮਾ ਸੱਸਾ ਵਾਵਾ ਗੁਣਾ
ललासा बाबा, ये स्टेटमेंट सही है। ठीक है, अगे भाज गुणखंड रुख दिता आपां नूं, इहनूं आपां पूरा करना है। देखो भी 3 दूणी 6, अगे फिर 6 दूणी की हो जाएंगे, इत्थे 12 आ जाएंगे, तो सौखे सी 12 दूणी अगे 24 हो गए। ठीक है, तो इत्थे की आ जाएगा भी भाज गुणखंड रुख नूं पूरा करके 12 आ जाएगा। ठीक है, नैक्सट क्वेश्चन, दो घाती बहुपद विच ਵੱਧ ਤੋਂ ਵੱਧ ਕਿੰਨੀਆਂ ਸਿਫਰਾਂ ਹੋ ਸਕਦੀਆਂ ਹਨ? ਜੇ ਦੋ ਘਾਤੀ ਬਹੁਪਦ ਆ ਤਾਂ ਵੱਧ ਤੋਂ ਵੱਧ ਸਿਫਰਾਂ ਕਿੰਨੀਆਂ ਹੋ ਸਕਦੀਆਂ ਨੇ? 2। ਜੇ ਆਪਾਂ ਨੂੰ 3 ਘਾਤੀ ਬਹੁਪਦ ਦੀਆਂ ਸਿਫਰਾਂ ਪੁੱਛਣ ਵੱਧ ਤੋਂ ਵੱਧ ਸਿਫਰਾਂ ਤਾਂ ਕਿੰਨੀਆਂ ਹੋਣਗੀਆਂ? 3 ਹੋਣਗੀਆਂ। ਠੀਕ ਹੈ, ਠੀਕ ਹੈ ਵੀ। ਅਗਲਾ ਕੁਐਸਚਨ 18 13 ਡੈਸ਼ 3 ਵਿੱਚ ਖਾਲੀ ਥਾਂ ਭਰੋ। ਦੇਖੋ ਵੀ ਕਿਹੜਾ ਆਪਾਂ ਇੱਥੇ ਭਰ ਦਈਏ ਵੀ ਇਹ ਇੱਕ AP ਬਣ ਜੇ। ਕੀ ਭਰਾਂਗੇ? 8 ਹੈ ਨਾ। ਜੇ 8 ਭਰ ਦਾਂਗੇ ਤਾਂ ਇਹ AP ਬਣ ਜੂ। 3 ਤੇ 5 8, 8 ਤੇ 5 13 ਤੇ 5 18 ਬਣ ਗਈ ਨਾ AP। ਤਾਂ ਇੱਥੇ ਆਪਾਂ ਕੀ ਭਰ ਦਾਂਗੇ? 8 ਆ ਜੂਗਾ ਇੱਥੇ। ਠੀਕ ਹੈ, ਨੈਕਸਟ ਕੁਐਸਚਨ, ਐਕਸ ਤੁਰੇ ਦੇ ਨਿਰਦੇਸ਼ਾਂਕ ਇੰਪੋਰਟੈਂਟ। ਐਕਸ ਤੁਰੇ ਦੇ ਨਿਰਦੇਸ਼ਾਂਕ ਕੀ ਹੋਣਗੇ ਵੀ? ਐਕਸ ਤੁਰੇ ਤੇ Y 0 ਹੋਊਗਾ ਤਾਂ ਕੀ ਨਿਰਦੇਸ਼ਾਂਕ ਹੋਣਗੇ? X 0। ਠੀਕ ਹੈ, ਐਕਸ ਤੁਰੇ ਤੇ Y ਵਾਲਾ ਬਿੰਦੂ 0 ਹੋਏਗਾ ਤਾਂ ਇਹਦੇ ਨਿਰਦੇਸ਼ਾਂਕ ਕੀ ਹੋਣਗੇ? X 0। ਆਪਾਂ ਪਹਿਲਾਂ ਵੀ ਦੱਸਿਆ ਸੀ ਤੁਹਾਨੂੰ। ਨੈਕਸਟ, ਜੇਕਰ x ਬਰਾਬਰ P/Q ਇੱਕ ਪ੍ਰਮੇୟ ਸੰਖਿਆ ਇਸ ਤਰ੍ਹਾਂ ਦੀ ਹੈ ਕਿ Q ਬਰਾਬਰ 2n 5 ਦੀ m ਦਾ ਰੂਪ ਹੈ, ਜਿੱਥੇ n ਅਤੇ m ਗੈਰ ਰਿਣਾਤਮਕ ਸੰਪੂਰਨ ਸੰਖਿਆਵਾਂ ਹਨ, ਤਾਂ x ਦਾ ਦਸ਼ਮਲਵ ਵਿਸਥਾਰ ਸ਼ਾਂਤ ਹੁੰਦਾ ਹੈ। ਸਹੀ ਗਲਤ? ਇਹ ਸਟੇਟਮੈਂਟ ਕੀ ਹੈ ਬੇਟਾ? ਸਹੀ ਹੈ। ਆਪਾਂ ਪੜ੍ਹਦੇ ਹਾਂ ਵੀ ਜੇ ਕਿਸੇ ਪ੍ਰਮੇୟ ਸੰਖਿਆ P/Q ਜਿਹਦੇ ਵਿੱਚ Q ਦੇ ਅਭਾਜ ਗੁਣਖੰਡ 2 ਜਾਂ 5 ਦੇ ਰੂਪ ਦੇ ਵਿੱਚ ਹੋਣ, ਤਾਂ ਜਿਹੜਾ P/Q ਹੈ ਉਹਦਾ ਦਸ਼ਮਲਵ ਵਿਸਥਾਰ ਕੀ ਹੁੰਦਾ ਹੈ? ਸ਼ਾਂਤ ਹੁੰਦਾ ਹੈ। ਠੀਕ ਹੈ, ਇਹ ਸਟੇਟਮੈਂਟ ਸਹੀ ਹੈ। ਨੈਕਸਟ ਕੁਐਸਚਨ 15ਵਾਂ, ਜੇਕਰ ਬਿੰਦੂ P ਦੋ ਬਿੰਦੂਆਂ A x1 y1 B x2 y2 ਨੂੰ ਮਿਲਾਉਣ ਵਾਲੇ ਰੇਖਾਖੰਡ ਦਾ ਮੱਧ ਬਿੰਦੂ ਹੈ ਤਾਂ P ਦੇ ਨਿਰਦੇਸ਼ਾਂਕ ਲਿਖੋ। ਮੱਧ ਬਿੰਦੂ ਹੈ ਤਾਂ ਕੀ ਹੋਊਗਾ ਵੀ? ਦੋ ਬਿੰਦੂ ਨੇ x1 y1 x2 y2, ਇਹਨਾਂ ਦੋਹਾਂ ਦਾ ਮੱਧ ਬਿੰਦੂ, ਮੰਨ ਲਓ ਇਹਨੂੰ A ਇਹਨੂੰ B, ਇਹਨਾਂ ਦੋਵਾਂ ਦਾ ਮੱਧ ਬਿੰਦੂ ਦੋਨੋਂ x ਵਾਲੇ ਜੋੜ ਕੇ ਭਾਗ 2 x1 + x2 ਵਟਾ 2 ਅਤੇ ਦੂਜਾ ਬਿੰਦੂ y1 + y2 ਵਟਾ 2 ਹੋਏਗਾ। ਠੀਕ ਹੈ, ਇਹ ਹੋਊਗਾ ਮੱਧ ਬਿੰਦੂ ਦੇ ਨਿਰਦੇਸ਼ਾਂਕ। x1 ਵਾਲੇ ਅੱਡ ਜੋੜ ਦਿਓ, ਉਹਨੂੰ 2 ਨਾਲ ਭਾਗ ਕਰੋ। y1 ਵਾਲੇ y2 y ਵਾਲੇ ਅੱਡ ਜੋੜੋ, ਇਹ ਕੀ ਹੋਊ? ਉਹਨੂੰ ਵੀ 2 ਨਾਲ ਭਾਗ ਕਰੋ, ਤਾਂ ਇਹ ਕੀ ਹੋ ਜਾਣਗੇ? ਮੱਧ ਬਿੰਦੂ ਦੇ ਨਿਰਦੇਸ਼ਾਂਕ। ਦੇਖੋ ਫਿਰ ਕਿਹੜੀ ਆਪਸ਼ਨ ਹੈ ਇਹ? C ਆਪਸ਼ਨ ਹੈ, x1 + x2 ਵਟਾ 2 y1 + y2 ਵਟਾ 2। ਠੀਕ ਹੈ, ਅਗਲਾ, ਕਿਸੇ ਬਿੰਦੂ ਦੀ y ਤੁਰੇ ਤੋਂ ਦੂਰੀ ਉਸ ਦਾ ਭੁਜ ਅਖਵਾਉਂਦੀ ਹੈ। ਆਪਾਂ ਪਹਿਲਾਂ ਹੀ ਦੱਸਿਆ ਸੀ y ਤੁਰੇ ਤੋਂ ਦੂਰੀ ਉਸ ਦਾ ਭੁਜ ਅਖਵਾਉਂਦੀ ਹੈ, x ਤੁਰੇ ਤੋਂ ਦੂਰੀ ਉਸ ਦੀ ਕੋਟੀ ਅਖਵਾਉਂਦੀ ਹੈ। ਆਪਾਂ ਪਹਿਲਾਂ ਹੀ ਤੁਹਾਨੂੰ ਦੱਸ ਹਟੇ। ਠੀਕ ਹੈ, ਨੈਕਸਟ, ਦਿੱਤੇ ਗਏ ਆਲੇਖ ਵਿੱਚ px ਦੇ ਸਿਫਰਾਂ ਦੀ ਗਿਣਤੀ ਪਤਾ ਕਰੋ। ਦੇਖੋ ਵੀ x ਤੁਰੇ ਨੂੰ ਇਹ ਕਿੰਨੇ ਵਾਰ ਕੱਢਦਾ? 19 ਸਿਫਰਾਂ ਦੀ ਗਿਣਤੀ ਹੋਏਗੀ। ਕਿੰਨੇ ਵਾਰ ਕੱਢਦਾ ਵੀ? 3 ਵਾਰ ਕੱਢਦਾ। ਤਾਂ ਇਹਦੇ ਵਿੱਚ ਸਿਫਰਾਂ ਦੀ ਗਿਣਤੀ ਕਿੰਨੀ ਹੋਏਗੀ? 3 ਹੋਏਗੀ। ਨੈਕਸਟ, ਬਿੰਦੂ P(x, y) ਦੀ ਮੂਲ ਬਿੰਦੂ ਤੋਂ ਦੂਰੀ x² + y² ਹੁੰਦੀ ਹੈ। ਸਹੀ ਹੈ। ਠੀਕ ਹੈ, ਇੱਕ ਤਾਂ ਬਿੰਦੂ ਆਪਣੇ ਕੋਲ x y ਆ ਗਿਆ, ਦੂਜਾ ਬਿੰਦੂ ਆਪਣੇ ਕੋਲ ਮੂਲ ਬਿੰਦੂ ਆ ਗਿਆ 0 0। ਤਾਂ ਆਪਾਂ ਫਾਰਮੂਲਾ ਜਦੋਂ ਲਾਵਾਂਗੇ x2 - x1²। ਠੀਕ ਹੈ, ਜਾਂ x1 - x2², x ਚੋਂ 0 ਕੱਢਾਂਗੇ x ਹੀ ਰਹਿ ਜੂ, ਐਵੇਂ y ਚੋਂ 0 ਕੱਢਾਂਗੇ ਤਾਂ y ਰਹਿ ਜੂ, x² + y² ਹੋਲ ਸਕੁਆਇਰ ਰੂਟ ਆ ਜਾਏਗਾ। ਠੀਕ ਹੈ, ਜਿਹੜੀ ਆਪਸ਼ਨਸ ਮਤਲਬ ਇਹ ਸਟੇਟਮੈਂਟ ਸਹੀ ਹੈ। ਵਰਗਮੂਲ 3 ਇੱਕ ਪ੍ਰਮੇୟ ਸੰਖਿਆ ਹੈ। ਗਲਤ। ਵਰਗਮੂਲ 3 ਇੱਕ ਕਿਹੜੀ ਸੰਖਿਆ ਬੇਟਾ? ਅਪਰਮੇय ਸੰਖਿਆ ਹੈ। ਆਪਾਂ ਪ੍ਰੂਫ ਵੀ ਕਰਦੇ ਹੁੰਦੇ ਹਾਂ ਆਪਣੇ ਚੈਪਟਰ ਦੇ ਵਿੱਚ, ਵਾਸਤਵਿਕ ਸੰਖਿਆਵਾਂ ਦੇ ਵਿੱਚ ਵੀ ਸਿੱਧ ਕਰੋ ਵਰਗਮੂਲ 3 ਇੱਕ ਅਪਰਮੇय ਸੰਖਿਆ ਹੈ। ਤਾਂ ਇਹ ਅਪਰਮੇय ਸੰਖਿਆ, ਇਸ ਕਰਕੇ ਸਟੇਟਮੈਂਟ ਗਲਤ ਹੈ। ਨੈਕਸਟ,
ਦੋ ਬਿੰਦੂਆਂ AX1 Y1 BX2 Y2 ਵਿਚਕਾਰ ਦੂਰੀ ਪਤਾ ਕਰਨ ਦਾ ਸੂਤਰ ਲਿਖੋ। ਬਹੁਤ ਇੰਪੋਰਟੈਂਟ ਵੀ ਹੈ, ਤੁਹਾਨੂੰ ਕੁਐਸਚਨ ਵੀ ਆ ਸਕਦਾ ਇਹਦੇ ਨਾਲ। ਦੂਰੀ ਪਤਾ ਕਰਨ ਦਾ ਸੂਤਰ ਹੁੰਦਾ ਹੈ X2 ਮਾਈਨਸ X1 ਇਟਸ ਹੋਲ ਸਕੇਅਰ ਪਲੱਸ Y2 ਮਾਈਨਸ Y1 ਇਟਸ ਹੋਲ ਸਕੇਅਰ, ਸਾਰੇ ਦਾ ਸਕੇਅਰ ਰੂਟ। ਠੀਕ ਹੈ, ਇਹ ਆਪਣਾ ਹੈਗਾ ਦੂਰੀ ਪਤਾ ਕਰਨ ਦਾ ਸੂਤਰ। ਐਕਸ ਵਾਲਿਆਂ ਦੀ ਘਟਾ ਕਰਕੇ ਉਹਨਾਂ ਦਾ ਸਕੇਅਰ ਕਰੋ, ਬਾਅਦ ਵਿੱਚ ਪਲੱਸ ਵਾਈ ਵਾਲਿਆਂ ਦੀ ਘਟਾ ਕਰਕੇ ਉਹਨਾਂ ਦਾ ਸਕੇਅਰ ਕਰੋ ਪਲੱਸ, ਸਾਰੇ ਦਾ ਕੀ ਲੈਣਾ ਆਪਾਂ ਸਕੇਅਰ ਰੂਟ ਲੈਣਾ। ਇਹ ਆਪਣੇ ਕੋਲ ਦੂਰੀ ਪਤਾ ਕਰਨ ਦਾ ਸੂਤਰ ਹੈ। ਕਿਹੜੀ ਆਪਸ਼ਨ ਆਊਗੀ? ਬੀ। 21ਵਾਂ ਬਹੁਪਦ PX ਬਰਾਬਰ ਐਕਸ ਸਕੇਅਰ ਪਲੱਸ 1 ਵਿੱਚ ਸਿਫਰਾਂ ਦਾ ਜੋੜਫਲ ਕਿੰਨਾ ਹੋਏਗਾ? ਦੇਖੋ ਵੀ ਸਿਫਰਾਂ ਦਾ ਜੋੜਫਲ, ਸਿਫਰਾਂ ਦਾ ਜੋੜਫਲ ਕਿਹਦੇ ਬਰਾਬਰ ਹੁੰਦਾ ਹੈ? ਜੇ ਕੋਈ ਆਪਣੇ ਕੋਲ ਬਹੁਪਦ ਹੈ AX ਦੀ 2 ਪਲੱਸ BX ਪਲੱਸ C, ਇਹ ਬਹੁਪਦ ਹੈ ਤਾਂ ਇਹਦੇ ਵਿੱਚ ਸਿਫਰਾਂ ਦਾ ਜੋੜਫਲ ਕਿਹਦੇ ਬਰਾਬਰ ਹੁੰਦਾ? -B ਬਟਾ A ਦੇ ਬਰਾਬਰ ਹੁੰਦਾ। ਹੁਣ ਆਪਣੇ ਕੋਲ A ਹੈ, ਠੀਕ ਹੈ, A ਆਪਣੇ ਕੋਲ ਕਿੰਨਾ ਵੀ 1, B ਆਪਣੇ ਕੋਲ 0 ਆ ਕਿਉਂਕਿ X ਹੈ ਨਹੀਂ, ਹੈ ਨਾ, X ਹੈ ਨਹੀਂ ਤਾਂ B 0 ਹੈ, C ਆਪਣੇ ਕੋਲ ਕਿੰਨਾ ਹੈ 1, ਤਾਂ ਸਿਫਰਾਂ ਦਾ ਜੋੜਫਲ ਕਿੰਨਾ ਹੋਏਗਾ? S ਕਿੰਨਾ ਹੋਏਗਾ ਵੀ -B ਬਟਾ A। B ਆਪਣੇ ਕੋਲ 0 ਹੈ ਤਾਂ 0 ਬਟਾ 1 ਮਤਲਬ ਕਿੰਨਾ ਹੋਏਗਾ? 0 ਹੋਏਗਾ। ਸਿਫਰਾਂ ਦਾ ਜੋੜਫਲ ਇਹਦੇ ਵਿੱਚ ਕਿੰਨਾ ਹੋਏਗਾ? 0 ਹੋਏਗਾ। ਠੀਕ ਹੈ, ਜੇ ਆਪਾਂ ਨੂੰ ਗੁਣਨਫਲ ਪੁੱਛ ਲੈਂਦੇ ਫਿਰ ਕੀ ਹੋਣਾ ਸੀ? 1 ਹੋਣਾ ਸੀ। ਠੀਕ ਹੈ, ਜੇਕਰ ਰੇਖੀ ਸਮੀਕਰਨ ਜੋੜੇ ਦੀਆਂ ਰੇਖਾਵਾਂ ਇੱਕ ਬਿੰਦੂ 'ਤੇ ਕੱਟਦੀਆਂ ਹਨ ਤਾਂ ਇਸ ਸਥਿਤੀ ਵਿੱਚ ਸਮੀਕਰਨ ਜੋੜੇ ਦੇ ਹੱਲ ਹੁੰਦੇ ਹਨ। ਇਹ ਆਪਾਂ ਦੇਖਣਾ ਵੀ ਕਿੰਨੇ ਹੱਲ ਹੁੰਦੇ ਨੇ ਜੇ ਇੱਕ ਬਿੰਦੂ 'ਤੇ ਕੱਟਦੀਆਂ ਨੇ। ਜੇ ਰੇਖਾਵਾਂ ਇੱਕ ਬਿੰਦੂ 'ਤੇ ਕੱਟਦੀਆਂ ਨੇ ਤਾਂ ਜਿੱਥੇ ਉਹ ਕੱਟਦੀਆਂ ਨੇ ਉਹ ਉਹਨਾਂ ਦਾ ਕੀ ਹੁੰਦਾ? ਹੱਲ ਹੁੰਦਾ। ਕਿੰਨੇ ਹੱਲ ਹੁੰਦੇ ਨੇ? 1 ਹੱਲ ਹੁੰਦਾ। ਠੀਕ ਹੈ, ਇਹ ਹੱਲ ਹੈ। ਕਿੰਨੇ ਹੱਲ ਹੋਣਗੇ? 1 ਹੱਲ। ਨੈਕਸਟ ਸਮੀਕਰਨ x ਦੀ 2 ਪਲੱਸ 3x ਪਲੱਸ 1 ਬਰਾਬਰ x ਮਾਈਨਸ 2 ਦੀ 2 ਘਾਤੀ ਹੈ। ਦੇਖੋ ਵੀ ਇੱਕ ਪਾਸੇ ਤਾਂ ਆਪਣੇ ਕੋਲ ਹੈਗਾ x ਸਕੇਅਰ ਪਲੱਸ 3x ਪਲੱਸ 1, ਇੱਕ ਪਾਸੇ ਆਪਣੇ ਕੋਲ ਹੈਗਾ x ਮਾਈਨਸ 2 ਸਕੇਅਰ। ਚਲੋ ਇਹਨੂੰ ਆਪਾਂ ਖੋਲ ਦਿੰਦੇ ਹਾਂ। a ਮਾਈਨਸ b ਦੀ 2 ਮਤਲਬ a ਦੀ 2 ਪਲੱਸ b ਦੀ 2 ਮਾਈਨਸ 2ab ਮਤਲਬ ਮਾਈਨਸ 4x। x ਸਕੇਅਰ ਨਾਲ x ਸਕੇਅਰ ਕੈਂਸਲ ਹੋ ਜਾਏਗਾ। ਦੇਖੋ ਵੀ ਇਹਨੂੰ 4x ਨੂੰ ਆਪਾਂ ਉੱਧਰ ਲੈ ਜਾਵਾਂਗੇ ਤਾਂ ਕੀ ਬਣ ਜਾਏਗਾ? 7x। ਇਹਨੂੰ 4 ਨੂੰ ਵੀ ਉੱਧਰ ਲੈ ਜਾਓ, 3 ਤੇ 4 7x ਹੋ ਗਿਆ, ਪਲੱਸ ਦਾ 1 ਮਾਈਨਸ ਦਾ 4 ਬਰਾਬਰ 0, 7x ਮਾਈਨਸ 3 ਬਰਾਬਰ 0। ਮਤਲਬ ਕਿਹੜੀ ਘਾਤੀ ਸਮੀਕਰਨ ਆ ਵੀ? ਇਹ ਤਾਂ ਰੇਖੀ ਸਮੀਕਰਨ ਹੈ, ਪਰ ਇਹ ਸਮੀਕਰਨ ਕਿਹੜੀ ਕਹਿੰਦੇ ਨੇ ਵੀ 2 ਘਾਤੀ ਹੈ, ਤਾਂ ਇਹ ਸਟੇਟਮੈਂਟ ਗਲਤ ਹੈ। ਜੇਕਰ 2 ਘਾਤੀ ਸਮੀਕਰਨ AX ਦੀ 2 ਪਲੱਸ BX ਪਲੱਸ C ਬਰਾਬਰ 0 ਦੇ ਮੂਲ ਸਮਾਨ ਹੋਣ ਤਾਂ, ਜੇ ਮੂਲ ਸਮਾਨ ਹੋਣ ਤਾਂ ਡਿਸਕ੍ਰਿਮੀਨੈਂਟ ਬਰਾਬਰ 0 ਹੋਏਗਾ। ਠੀਕ ਹੈ, ਜੇ ਕਿਸੇ 2 ਘਾਤੀ ਸਮੀਕਰਨ ਦੇ ਮੂਲ ਆ ਜਿਹੜੇ ਉਹ ਬਰਾਬਰ ਹੋਣ ਤਾਂ ਉਹਦਾ ਮਤਲਬ ਉਹਦਾ ਡਿਸਕ੍ਰਿਮੀਨੈਂਟ ਬਰਾਬਰ 0 ਹੋਏਗਾ। ਠੀਕ ਹੈ ਬੇਟਾ। ਨੈਕਸਟ ਕੁਐਸਚਨ, ਦਿੱਤੇ ਗਏ ਆਲੇਖ ਵਿੱਚ ਸਿਫਰਾਂ ਦੀ ਗਿਣਤੀ ਦੱਸੋ। ਦੇਖੋ ਵੀ ਸਿਫਰਾਂ ਦੀ ਗਿਣਤੀ ਕਿੰਨੀ? ਸਿਫਰਾਂ ਦੀ ਗਿਣਤੀ ਹੈ 1 ਹੈ। ਇੱਕ ਵਾਰੀ ਐਕਸ ਤੁਰੇ ਨੂੰ ਕੱਟਦਾ ਤਾਂ ਸਿਫਰਾਂ ਦੀ ਗਿਣਤੀ ਕਿੰਨੀ ਹੈ? 1। ਨੈਕਸਟ, ਰੇਖੀ ਸਮੀਕਰਨਾਂ ਦੇ ਜੋੜੇ 2x ਪਲੱਸ 3y ਬਰਾਬਰ 9, 4x ਪਲੱਸ 6y ਬਰਾਬਰ 18 ਦਾ ਆਲੇਖ ਜਾਂ ਗ੍ਰਾਫ ਕਿਸ ਤਰ੍ਹਾਂ ਦਾ ਹੋਇਆ? ਦੇਖੋ ਬੇਟਾ ਆਪਾਂ A1 ਬਟਾ A2 B1 ਬਟਾ B2 C1 ਬਟਾ C2 ਕੱਢ ਲੈਂਦੇ ਹਾਂ, ਉੱਥੋਂ ਆਪਾਂ ਨੂੰ ਪਤਾ ਲੱਗੇਗਾ A1 ਬਟਾ A2, A1 ਕਿੰਨਾ 2, A2 ਕਿੰਨਾ 4, ਮਤਲਬ 2 ਬਟਾ 4, ਕਹਿਣ ਦਾ ਮਤਲਬ ਕਿੰਨਾ ਆ ਜਾਏਗਾ 1 ਬਟਾ 2। ਸਿਮਿਲਰਲੀ ਆਪਾਂ ਕੱਢਾਂਗੇ V1 ਬਟਾ V2, ਉਹ ਵੀ ਆ ਜਾਊਗਾ 3 ਬਟਾ 6 ਮਤਲਬ 1 ਬਟਾ 2। ਇਹ ਵੀ ਆਪਾਂ ਕੱਢਾਂਗੇ C1 ਬਟਾ C2, ਉਹ ਆਊਗਾ 9 ਬਟਾ 18 ਮਤਲਬ 1 ਬਟਾ 2। A1 ਬਟਾ B1, A1 ਬਟਾ A2 ਬਰਾਬਰ B1 ਬਟਾ B2 ਬਰਾਬਰ C1 ਬਟਾ C2, ਸਾਰੇ ਬਰਾਬਰ ਹੋ ਗਏ ਨਾ, 1 ਬਟਾ 2 1 ਬਟਾ 2 1 ਬਟਾ 2। ਜੇ ਸਾਰੇ ਬਰਾਬਰ ਹੋ ਜਾਂਦੇ ਨੇ ਤਾਂ ਰੇਖਾਵਾਂ ਕਿਹੜੀਆਂ ਹੁੰਦੀਆਂ ਨੇ? ਸੰਪਾਤੀ ਰੇਖਾਵਾਂ। ਠੀਕ ਹੈ, ਇਹ ਰੇਖਾਵਾਂ ਸੰਪਾਤੀ, ਅਨੇਕ ਹੱਲ। ਠੀਕ ਹੈ ਬੇਟਾ। ਨੈਕਸਟ, ਰੇਖੀ ਸਮੀਕਰਨ ਜੋੜੇ ਦੀਆਂ ਰੇਖਾਵਾਂ ਸਮਾਂਤਰ ਹੋਣ ਤਾਂ ਇਸ ਸਥਿਤੀ ਵਿੱਚ
ਸਮੀਕਰਨ ਦਾ ਕੋਈ ਹੱਲ ਨਹੀਂ ਹੁੰਦਾ। ਇਹ ਸਟੇਟਮੈਂਟ ਬਿਲਕੁਲ ਸਹੀ ਹੈ। ਠੀਕ ਹੈ। ਜੇ ਰੇਖਾਵਾਂ ਕਾਟਵੀਆਂ ਨੇ ਤਾਂ ਰੇਖੀ ਸਮੀਕਰਨ ਜੋੜੇ ਦਾ ਇੱਕ ਹੱਲ ਹੁੰਦਾ ਹੈ। ਜੇ ਰੇਖਾਵਾਂ ਸੰਪਾਤੀ ਹਨ ਤਾਂ ਰੇਖੀ ਸਮੀਕਰਨ ਜੋੜੇ ਦੇ ਅਨੇਕ ਹੱਲ ਹੁੰਦੇ ਹਨ। ਜੇ ਰੇਖਾਵਾਂ ਸਮਾਂਤਰ ਨੇ ਤਾਂ ਰੇਖੀ ਸਮੀਕਰਨ ਜੋੜੇ ਦਾ ਕੋਈ ਹੱਲ ਨਹੀਂ ਹੁੰਦਾ। ਠੀਕ ਹੈ। ਕਿਸੇ ਬਿੰਦੂ 3-4 ਦਾ ਕੋਟੀ ਹੈ। ਦੇਖੋ ਬੇਟਾ, ਜਿਹੜਾ ਐਕਸ ਵਾਲਾ ਨਿਰਦੇਸ਼ਾਂਕ ਹੁੰਦਾ ਉਹ ਭੁਜ ਹੁੰਦਾ ਅਤੇ ਵਾਈ ਵਾਲਾ ਨਿਰਦੇਸ਼ਾਂਕ ਕੀ ਬੋਲਦੇ ਆ ਉਹਨੂੰ ਆਪਾਂ ਕੋਟੀ। ਇਹ ਸਾਰੇ ਬੱਚੇ ਨੋਟ ਕਰ ਲਓ ਵੀ ਜਿਹੜਾ ਐਕਸ ਦਾ ਨਿਰਦੇਸ਼ਾਂਕ ਹੈ ਉਹ ਭੁਜ ਹੁੰਦਾ ਅਤੇ ਵਾਈ ਦਾ ਨਿਰਦੇਸ਼ਾਂਕ ਕੀ ਹੁੰਦਾ ਕੋਟੀ। ਹੁਣ ਫਿਰ ਇਹਦੇ ਵਿੱਚ ਕੋਟੀ ਕੀ ਆ ਵੀ -4। ਵਾਈ ਦਾ ਨਿਰਦੇਸ਼ਾਂਕ ਕੋਟੀ ਹੈ ਤਾਂ ਕੀ ਆ ਜਾਏਗਾ -4 ਆ ਜਾਏਗਾ। ਨੈਕਸਟ, ਦਿੱਤੇ ਗਏ ਰੇਖੀ ਸਮੀਕਰਨ ਦੇ ਜੋੜੇ a1x + v1y + c1 = 0, a2x + v2y + c2 = 0 ਦੇ ਆਲੇਖ ਦੀਆਂ ਰੇਖਾਵਾਂ ਸੰਪਾਤੀ ਹੁੰਦੀਆਂ ਹਨ ਜੇਕਰ, ਇਹ ਆਪਾਂ ਹੁਣੀ ਕਰਕੇ ਹਟੇ ਹਾਂ, ਜਦੋਂ ਤਿੰਨੇ ਕੀ ਹੋ ਜਾਣ ਬਰਾਬਰ, a1/a2 = b1/b2 = c1/c2 ਹੋਵੇ ਤਾਂ ਰੇਖਾਵਾਂ ਕੀ ਹੋ ਜਾਂਦੀਆਂ ਨੇ ਸੰਪਾਤੀ। ਇਹ ਕੇਸ a1/a2 b1/b2 ਨਹੀਂ ਬਰਾਬਰ ਹੁੰਦੇ ਤਾਂ ਕਿਹੜਾ ਕੇਸ ਹੁੰਦਾ ਇਹ ਕਾਟਵੀਆਂ ਰੇਖਾਵਾਂ। ਠੀਕ ਹੈ। ਇਹ ਕਾਟਵੀਆਂ ਰੇਖਾਵਾਂ ਲਈ ਹੈ ਅਤੇ ਇਹ ਵਾਲਾ ਵੀ ਸਮਾਂਤਰ ਰੇਖਾਵਾਂ ਲਈ ਹੈ। ਠੀਕ ਹੈ। ਇਹ ਸਮਾਂਤਰ ਰੇਖਾਵਾਂ ਲਈ ਹੈ ਅਤੇ ਇਹ ਵਾਲਾ ਜਿਹੜਾ ਆਪਾਂ ਲੱਭ ਰਹੇ ਸੀ ਕਿਹੜੀਆਂ ਰੇਖਾਵਾਂ ਲਈ ਹੈ ਬੇਟਾ, ਇਹ ਸੰਪਾਤੀ ਰੇਖਾਵਾਂ ਲਈ। ਠੀਕ ਹੈ। ਤਾਂ ਇਹਦੇ ਲਈ ਬੀ ਆਪਸ਼ਨ ਸਹੀ ਆ ਜੂਗੀ। ਨੈਕਸਟ ਕੁਐਸਚਨ, ਕਿਸੇ ਅੰਕਗਣਿਤਕ ਲੜੀ AP ਦਾ n ਪਦਾਂ ਦਾ ਜੋੜਫਲ ਪਤਾ ਕਰਨ ਦਾ ਸੂਤਰ ਹੈ। ਕੀ ਹੈ ਵੀ SN = n/2 2a + n - 1 d। ਇਹ ਹੈ n ਪਦਾਂ ਦਾ ਜੋੜਫਲ ਪਤਾ ਕਰਨ ਦਾ ਸੂਤਰ। ਕਿਹੜੀ ਆਪਸ਼ਨ ਆ ਵੀ ਇਹ D ਆਪਸ਼ਨ। ਠੀਕ ਹੈ। nਵਾਂ ਪਦ ਪਤਾ ਕਰਨ ਦਾ ਸੂਤਰ ਇਹ ਹੈ a + n - 1 d। ਇਹ ਜੋੜਫਲ ਪਤਾ ਕਰਨ ਦਾ ਸੂਤਰ ਹੈ। ਠੀਕ ਹੈ। ਕਨਫਿਊਜ਼ ਨਹੀਂ ਹੋਣਾ ਇਹਦੇ ਵਿੱਚ। ਨੈਕਸਟ, ਬਿੰਦੂ A 4 1 ਦੀ y ਧੁਰੇ ਤੋਂ ਦੂਰੀ, y ਧੁਰੇ ਤੋਂ ਦੂਰੀ ਕੀ ਹੋਏਗੀ ਬੇਟਾ, y ਧੁਰੇ ਤੋਂ ਦੂਰੀ ਕੀ ਹੋਏਗੀ ਭੁਜ। ਭੁਜ ਕੀ ਹੈ ਇੱਥੇ 4 ਹੈ ਤਾਂ y ਧੁਰੇ ਤੋਂ ਦੂਰੀ ਕਿੰਨੀ ਹੋਊਗੀ 4 ਹੋਊਗੀ। ਠੀਕ ਹੈ। ਜੇ x ਧੁਰੇ ਤੋਂ ਦੂਰੀ ਪੁੱਛ ਲੈਂਦੇ ਉਹ ਕੋਟੀ ਹੁੰਦੀ। ਠੀਕ ਹੈ। ਤਾਂ ਉਹ ਆਪਾਂ 1 ਲਿਖਣੀ ਸੀ। ਹੁਣ y ਧੁਰੇ ਤੋਂ ਦੂਰੀ ਪੁੱਛੇ ਤਾਂ ਭੁਜ ਹੋਊਗੀ। ਭੁਜ ਕਿੰਨੀ ਹੈ ਇੱਥੇ 4 ਹੈ। ਭੁਜ x ਦਾ ਨਿਰਦੇਸ਼ਾਂਕ, ਕੋਟੀ y ਦਾ ਨਿਰਦੇਸ਼ਾਂਕ। ਠੀਕ ਹੈ। ਨੈਕਸਟ, 2 4 8 16 ਇੱਕ ਅੰਕ ਗਣਿਤਕ ਲੜੀ ਹੈ ਤਾਂ ਇਹ ਸਟੇਟਮੈਂਟ ਗਲਤ ਹੈ। ਅੰਕ ਗਣਿਤਕ ਲੜੀ ਉਹ ਲੜੀ ਹੁੰਦੀ ਹੈ ਜਿਹਦੇ ਵਿੱਚ ਸਾਂਝਾ ਅੰਤਰ ਬਰਾਬਰ ਹੋਵੇ। ਇੱਥੇ ਸਾਂਝਾ ਅੰਤਰ ਬਰਾਬਰ ਹੈ ਬੇਟਾ, ਪਹਿਲਾਂ 2 ਦਾ ਫਰਕ ਸੀ, ਫਿਰ 4 ਦਾ ਹੋ ਗਿਆ, ਫਿਰ 8 ਦਾ ਹੋ ਗਿਆ। ਠੀਕ ਹੈ। 2 ਤੇ 2 4, 4 ਤੇ 4 8, 8 ਤੇ 8 16 ਤਾਂ ਇਹ ਅੰਕ ਗਣਿਤਕ ਲੜੀ ਨਹੀਂ ਹੈ, ਸਾਂਝਾ ਅੰਤਰ ਬਰਾਬਰ ਨਹੀਂ ਹੈ। ਠੀਕ ਹੈ। ਅੱਗੇ ਬਹੁਤ ਆਸਾਨ, ਸਾਰੇ ਡੈਸ਼ ਤ੍ਰਿਭੁਜ ਸਮਰੂਪ ਹੁੰਦੇ ਹਨ। ਕਿਹੜੇ ਹੁੰਦੇ ਆ ਬੇਟਾ, ਸਾਰੇ ਸਮਭੁਜੀ ਤ੍ਰਿਭੁਜ ਸਮਰੂਪ ਹੁੰਦੇ ਹਨ। ਨੈਕਸਟ, ਬਿੰਦੂ P 3 4 ਦੀ ਮੂਲ ਬਿੰਦੂ ਤੋਂ ਦੂਰੀ ਡੈਸ਼ ਇਕਾਈ ਹੈ। ਕੀ ਹੁੰਦੀ ਹੈ ਵੀ ਬਿੰਦੂ XY ਦੀ ਮੂਲ ਬਿੰਦੂ ਤੋਂ ਦੂਰੀ x² + y² ਹੁਣ x ਇੱਥੇ 3 ਹੈ ਅਤੇ y 4 ਹੈ। ਭਰ ਲਓ 3 ਦਾ ਸਕੁਏਅਰ ਪਲੱਸ 4 ਦਾ ਸਕੁਏਅਰ √ ਵਰਗਮੂਲ। 3 ਦਾ ਸਕੁਏਅਰ ਮਤਲਬ 9, 4 ਦਾ ਸਕੁਏਅਰ ਮਤਲਬ 16, 16 ਦੇ 9 25, 25 ਦਾ ਵਰਗਮੂਲ ਕਰ ਦਾਂਗੇ ਆਪਣੇ ਕੋਲ ਕਿੰਨਾ ਇਕਾਈਆਂ ਆ ਜਾਊਗਾ 5 ਆ ਜਾਏਗਾ। ਠੀਕ ਹੈ। ਬਿੰਦੂ P 3 4 ਦੀ ਮੂਲ ਬਿੰਦੂ ਤੋਂ ਦੂਰੀ ਆ ਜਿਹੜੀ ਉਹ ਕਿੰਨੀ ਇਕਾਈਆਂ 5 ਇਕਾਈਆਂ। ਠੀਕ ਹੈ। ਤਾਂ ਇਹਦੇ ਲਈ 5 ਆ ਜਿਹੜੀ ਉਹ ਸਹੀ ਆਪਸ਼ਨ ਆ ਜਾਏਗੀ। ਅਗਲਾ ਕੁਐਸਚਨ ਦੇਖੋ ਵੀ, ਇੱਕ ਦੋ ਘਾਤੀ ਸਮੀਕਰਨ ax ਦੀ 2 + bx + c = 0 ਦਾ ਕੋਈ ਵਾਸਤਵਿਕ ਮੂਲ ਸੰਭਵ ਨਹੀਂ ਹੁੰਦਾ ਜੇਕਰ ਡਿਸਕ੍ਰਿਮੀਨੈਂਟ 0 ਤੋਂ ਛੋਟਾ ਹੋ ਜਾਏ। ਮਤਲਬ 0 ਕੀ ਹੋ ਜਾਏ ਡਿਸਕ੍ਰਿਮੀਨੈਂਟ ਤੋਂ ਵੱਡੀ ਹੋ ਜਾਏ, ਡਿਸਕ੍ਰਿਮੀਨੈਂਟ 0 ਤੋਂ ਛੋਟਾ ਹੋ ਜਾਏ। ਠੀਕ ਹੈ। ਜਦੋਂ d < 0 ਹੋਏਗਾ ਉਦੋਂ ਉਹਦਾ ਕੋਈ ਵਾਸਤਵਿਕ ਮੂਲ ਸੰਭਵ ਨਹੀਂ ਹੋਏਗਾ। ਬੀ ਆਪਸ਼ਨ ਇਹਦੇ ਲਈ ਸਹੀ ਬਣ ਜਾਏਗੀ। ਠੀਕ ਹੈ।
ਦੋ ਸਮਰੂਪ ਤ੍ਰਿਭੁਜਾਂ ਦੀਆਂ ਭੁਜਾਵਾਂ 4:9 ਦੇ ਅਨੁਪਾਤ ਵਿੱਚ ਹਨ। ਇਹਨਾਂ ਤ੍ਰਿਭੁਜਾਂ ਦੇ ਖੇਤਰਫਲਾਂ ਦਾ ਅਨੁਪਾਤ ਕੀ ਹੋਏਗਾ ਬੇਟਾ? 16:81 ਹੋਏਗਾ। ਕਿਉਂ? ਕਿਉਂਕਿ ਦੋ ਸਮਰੂਪ ਤ੍ਰਿਭੁਜਾਂ ਦੇ ਖੇਤਰਫਲਾਂ ਦਾ ਅਨੁਪਾਤ ਉਹਨਾਂ ਦੀਆਂ ਸੰਗਤ ਭੁਜਾਵਾਂ ਦੇ ਵਰਗਾਂ ਦੇ ਅਨੁਪਾਤ ਦੇ ਬਰਾਬਰ ਹੁੰਦਾ ਹੈ। ਤਾਂ ਇਹਨਾਂ ਦਾ ਵਰਗ ਕਰ ਦਾਂਗੇ। ਖੇਤਰਫਲਾਂ ਦਾ ਅਨੁਪਾਤ ਚੌਕੀ 16, 9 81, 16/81 ਮਤਲਬ 16:81 ਹੋਏਗਾ। ਨੈਕਸਟ, ਜੇਕਰ an ਬਰਾਬਰ 3 + 4n ਹੋਵੇ ਤਾਂ ਅੰਕ ਗਣਿਤਕ ਲੜੀ AP ਦਾ 10ਵਾਂ ਪਦ 43 ਹੋਵੇਗਾ। ਕਹਿੰਦੇ ਦੇਖੋ ਵੀ an ਬਰਾਬਰ 3 + 4n, 10ਵਾਂ ਮਤਲਬ n ਨੂੰ ਆਪਾਂ 10 ਭਰ ਦਾਂਗੇ ਤਾਂ 3 + 4n ਦੀ ਥਾਂ 'ਤੇ ਆਪਾਂ 10 ਭਰ ਦਿਓ। 10 ਚੌਕਾ 40, 10 ਚੌਕਾ 40, 40 ਦੇ ਵਿੱਚ 3 ਹੋਰ ਜੋੜ ਦਾਂਗੇ ਤਾਂ ਕਿੰਨਾ ਬਣ ਜੂ? 43। ਤਾਂ ਇਹ ਵੀ ਇਹੀ ਕਹਿੰਦੇ ਹਨ, ਜੇਕਰ an ਬਰਾਬਰ 3 + 4n ਹੋਵੇ ਤਾਂ ਅੰਕ ਗਣਿਤਕ ਲੜੀ AP ਦਾ 10ਵਾਂ ਪਦ 43 ਹੋਵੇਗਾ। ਤਾਂ ਇਹ ਸਟੇਟਮੈਂਟ ਸਹੀ ਹੈ। ਠੀਕ ਹੈ ਬੇਟਾ। ਹੇਠਾਂ ਦਿੱਤੀਆਂ ਸਮੀਕਰਨਾਂ ਵਿੱਚੋਂ ਕਿਹੜੀ ਦੋ ਘਾਤੀ ਸਮੀਕਰਨ ਨਹੀਂ ਹੈ? ਕਿਹੜੀ ਦੋ ਘਾਤੀ ਸਮੀਕਰਨ ਨਹੀਂ ਹੈ? ਇਹ ਵਾਲੀ। ਕਿਉਂਕਿ ਜਦੋਂ ਆਪਾਂ ਇੱਥੇ ਲਘੁੱਤਮ ਲਵਾਂਗੇ x ਦਾ ਤਾਂ x ਇੱਧਰ ਵੀ ਗੁਣਾ ਹੋਊ, ਇਹ x ਦੀ ਘਾਤ 3 ਬਣ ਜੂਗੀ। ਠੀਕ ਹੈ, ਇਸ ਕਰਕੇ ਇਹ ਦੋ ਘਾਤੀ ਸਮੀਕਰਨ ਨਹੀਂ ਹੈ, ਇਹ 3 ਘਾਤੀ ਸਮੀਕਰਨ। ਠੀਕ ਹੈ, ਇਹ ਸਹੀ ਆਪਸ਼ਨ ਆ ਜਾਏਗੀ ਇਹਦੇ ਲਈ। ਕਿਸੇ ਅੰਕ ਗਣਿਤਕ ਲੜੀ AP ਦਾ nਵਾਂ ਪਦ a + n - 1 d ਹੁੰਦਾ ਹੈ। ਬਿਲਕੁਲ ਸਹੀ। ਠੀਕ ਹੈ, AP ਦਾ nਵਾਂ ਪਦ an ਬਰਾਬਰ a + n - 1 d ਹੁੰਦਾ ਹੈ। ਬਿਲਕੁਲ ਸਹੀ ਸਟੇਟਮੈਂਟ ਹੈ ਇਹ। ਠੀਕ ਹੈ, ਅਗਲਾ ਵੀ ਦੋ ਘਾਤੀ ਬਹੁਪਦ ax ਦੀ 2 + bx + c ਦੇ ਸਿਫਰਾਂ ਦਾ ਗੁਣਨਫਲ c/a ਹੁੰਦਾ ਹੈ। ਕਿੰਨਾ ਹੁੰਦਾ ਵੀ? ਸਿਫਰਾਂ ਦਾ ਗੁਣਨਫਲ c/a। ਗੁਣਨਫਲ c/a ਹੁੰਦਾ ਹੈ। ਜੇ ਆਪਾਂ ਨੂੰ ਜੋੜਫਲ ਪੁੱਛਦੇ ਫਿਰ ਆਪਾਂ ਕਿੰਨਾ ਲਿਖਣਾ ਸੀ? -b/a। ਜੋੜਫਲ -b/a, ਗੁਣਨਫਲ c/a ਹੁੰਦਾ ਹੈ। ਠੀਕ ਹੈ, ਅੱਗੇ ਪ੍ਰਮੇୟ ਸੰਖਿਆ 13/3125 ਦਾ ਦਸ਼ਮਲਵ ਵਿਸਥਾਰ ਕੀ ਹੈ ਵੀ? ਸ਼ਾਂਤ ਹੈ। ਕਿਉਂਕਿ ਜਿਹੜੇ Q ਦੇ ਗੁਣਨਖੰਡ ਨੇ, ਠੀਕ ਹੈ, ਉਹਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ? 31 25 ਨੂੰ 5 × 5 25, 625 × 3125। ਮਤਲਬ ਜਿਹੜਾ ਇਹਦਾ ਹਰ ਹੈ ਜਾਂ Q ਆ ਉਹਨੂੰ ਆਪਾਂ 5 ਦੀ ਘਾਤ ਦੇ ਵਿੱਚ ਲਿਖ ਸਕਦੇ ਹਾਂ। ਇਸ ਕਰਕੇ ਇਹਦਾ ਦਸ਼ਮਲਵ ਵਿਸਥਾਰ ਕੀ ਹੋਏਗਾ? ਸ਼ਾਂਤ ਹੋਏਗਾ। ਠੀਕ ਹੈ, ਨੈਕਸਟ, ਜੇਕਰ ਦੋ ਘਾਤੀ ਸਮੀਕਰਨ ax ਦੀ 2 + bx + c = 0 ਦੇ ਦੋ ਭਿੰਨ ਭਿੰਨ ਵਾਸਤਵਿਕ ਮੂਲ ਹੋਣ ਤਾਂ d ਵੱਡਾ ਹੁੰਦਾ 0 ਤੋਂ, d > 0 ਹੁੰਦਾ ਹੈ। ਇਹ ਸਟੇਟਮੈਂਟ ਸਹੀ ਹੈ। ਜਦੋਂ d ਵੱਡਾ ਹੁੰਦਾ 0 ਤੋਂ ਉਹਦਾ ਮਤਲਬ ਮੂਲ ਵਾਸਤਵਿਕ ਵੀ ਹੁੰਦੇ ਨੇ, ਮੂਲ ਭਿੰਨ ਭਿੰਨ ਵੀ ਹੁੰਦੇ ਨੇ, ਮਤਲਬ ਅਲੱਗ-ਅਲੱਗ ਵੀ ਹੁੰਦੇ ਨੇ। ਠੀਕ ਹੈ, ਮੂਲ ਭਿੰਨ ਭਿੰਨ ਵੀ ਹੁੰਦੇ ਨੇ ਅਤੇ ਵਾਸਤਵਿਕ ਵੀ ਹੁੰਦੇ ਨੇ। ਠੀਕ ਹੈ, ਇਹ ਸਟੇਟਮੈਂਟ ਸਹੀ ਹੈ। ਨੈਕਸਟ, ਜਦੋਂ ਦੋ ਸਮੀਕਰਨਾਂ ਦੇ ਆਲੇਖ ਆਪਸ ਵਿੱਚ ਸਮਾਂਤਰ ਹੋਣ ਤਾਂ ਸਮੀਕਰਨਾਂ ਦਾ ਜੋੜਾ ਡੈਸ਼ ਹੋਵੇਗਾ। ਜਦੋਂ ਸਮਾਂਤਰ ਹੋਣ ਤਾਂ ਸਮੀਕਰਨਾਂ ਦਾ ਜੋੜਾ ਅਸੰਗਤ ਹੋਏਗਾ। ਠੀਕ ਹੈ, ਜਦੋਂ ਰੇਖਾਵਾਂ ਸਮਾਂਤਰ ਨੇ ਤਾਂ ਉਹਨਾਂ ਦਾ ਕੋਈ ਹੱਲ ਨਹੀਂ ਹੁੰਦਾ, ਤਾਂ ਰੇਖੀ ਸਮੀਕਰਨਾਂ ਦਾ ਜੋੜਾ ਅਸੰਗਤ ਹੋਏਗਾ। ਠੀਕ ਹੈ, ਜੇ ਸੰਪਾਤੀ ਨੇ ਇੱਕ ਦੂਜੇ ਦੇ ਉੱਪਰ ਨੇ, ਠੀਕ ਹੈ, ਜਾਂ ਕਾਟਵੀਆਂ ਨੇ, ਫਿਰ ਰੇਖੀ ਸਮੀਕਰਨਾਂ ਦਾ ਜੋੜਾ ਕੀ ਹੁੰਦਾ ਹੈ? ਸੰਗਤ। ਠੀਕ ਹੈ ਬੇਟਾ, ਤਾਂ ਇਸ ਕੇਸ ਦੇ ਵਿੱਚ ਕੀ ਹੈ? ਕੀ ਹੋਏਗਾ? ਅਸੰਗਤ ਹੋਏਗਾ। ਠੀਕ ਹੈ, ਸੀ ਆਪਸ਼ਨ ਸਹੀ ਆ ਜਾਏਗੀ। ਨੈਕਸਟ ਕੁਐਸਚਨ, ਸਾਰੇ ਚੱਕਰ ਡੈਸ਼ ਹੁੰਦੇ ਹਨ? ਸਾਰੇ ਚੱਕਰ ਸਮਰੂਪ ਹੁੰਦੇ ਹਨ। ਸਮਰੂਪ ਮਤਲਬ ਇੱਕੋ ਜਿਹੇ ਲੱਗਦੇ ਨੇ, ਰੂਪ ਇੱਕੋ ਜਿਹੇ, ਪਰ ਵੱਡੇ ਛੋਟੇ ਹੋ ਸਕਦੇ ਨੇ। ਸਾਰੇ ਚੱਕਰ ਸਮਰੂਪ ਹੁੰਦੇ ਨੇ। ਠੀਕ ਹੈ, ਨੈਕਸਟ, ਹਰ ਇੱਕ ਭਾਜ ਸੰਖਿਆ ਨੂੰ ਅਭਾਜ ਸੰਖਿਆਵਾਂ ਦੇ ਗੁਣਨਫਲ ਦੇ ਰੂਪ ਦੇ ਵਿੱਚ ਦਰਸਾਇਆ ਜਾ ਸਕਦਾ ਹੈ। ਸਹੀ ਹੈ। ਕਿਹੜੀ ਥਿਓਰਮ ਹੈ ਬੇਟਾ ਇਹ? ਅੰਕ ਗਣਿਤ ਦੀ ਮੂਲਭੂਤ ਪ੍ਰਮੇਯ। ਹਰ ਇੱਕ ਭਾਜ ਸੰਖਿਆ ਨੂੰ ਅਭਾਜ ਸੰਖਿਆਵਾਂ ਦੇ ਗੁਣਨਫਲ ਦੇ ਰੂਪ ਦੇ ਵਿੱਚ ਦਰਸਾਇਆ
ਜਾ ਸਕਦਾ ਹੈ। ਮੰਨ ਲਓ ਆਪਾਂ 24 ਲੈ ਲੈਂਦੇ ਹਾਂ, 24 ਨੂੰ ਆਪਾਂ ਦਰਸਾਈਏ 2 ਦੂਣੀ 4 ਦੂਣੀ 8 ਤੀਆ 24 ਦਰਸਾਤਾ ਨਾ ਗੁਣਨਫਲ ਦੇ ਵਿੱਚ। 2 ਤੇ 3 ਦੇ ਵਿੱਚ ਦਰਸਾਇਆ। 2 ਤੇ 3 ਕਿਹੜੀਆਂ ਸੰਖਿਆਵਾਂ ਨੇ? ਅਭਾਜ ਸੰਖਿਆਵਾਂ ਨੇ। 24 ਕਿਹੜੀ ਸੰਖਿਆ? ਭਾਜ। ਤਾਂ ਇਸ ਕਰਕੇ ਸਟੇਟਮੈਂਟ ਸਹੀ ਹੈ। ਅੱਗੇ ਦਿੱਤੇ ਗਏ ਚਿੱਤਰ ਦਾ ਅਧਿਐਨ ਕਰਕੇ ਕੋਣ P ਪਤਾ ਕਰੋ। ਇਸ ਕੋਣ ਦੇਖ ਕੇ ਆਪਾਂ ਕੋਣ P ਪਤਾ ਕਰਨਾ। ਠੀਕ ਹੈ ਵੀ, ਦੇਖੋ ਇਹਦੇ ਵਿੱਚ ਕੋਣ P ਦੇਖੋ। ਪਹਿਲਾਂ ਤਾਂ ਆਪਾਂ ਨੂੰ ਇਹ ਦੇਖਣਾ ਪਊ ਵੀ ਕਿਹੜੀ ਤ੍ਰਿਭੁਜ ਕਿਹਦੇ ਸਮਰੂਪ ਹੈ। ਇੱਧਰੋਂ ਆਪਾਂ ਤ੍ਰਿਭੁਜ ABC ਲੈ ਲਈਏ, ਤ੍ਰਿਭੁਜ ABC ਲੈ ਲਈਏ, ਆਪਾਂ ਦੇਖਦੇ ਹਾਂ ਵੀ ਉਹ ਕਿਹਦੇ ਸਮਰੂਪ ਹੋਏਗੀ। ABC, ਠੀਕ ਹੈ। AB ਮਤਲਬ ਆਪਾਂ 3.8 ਵਾਲੇ ਪਾਸੇ ਗਏ, ਫਿਰ ਆਪਾਂ 6 ਵਾਲੇ ਪਾਸੇ ਗਏ। ਇਹ ਦੁੱਗਣੇ, ਇਹ ਜਿਹੜੀ ਤ੍ਰਿਭੁਜ ਹੈ ਦੁੱਗਣੇ ਦਿੱਤੀ ਹੋਈ ਹੈ, ਦੁੱਗਣੇ ਮਾਪ ਨਾਲ। ਹੁਣ ਆਪਾਂ ਮਤਲਬ 7.6 ਵਾਲੇ ਪਾਸੋਂ ਚੱਲਾਂਗੇ, 12 ਵਾਲੇ ਪਾਸੇ ਜਾਵਾਂਗੇ। ਇਹੀ ਹੈ ਨਾ, 6 ਦੂਣੀ 12, 3.8 ਦਾ ਦੁੱਗਣਾ ਕਰਾਂਗੇ 7.6, ਤਾਂ ਕੀ ਬਣੂਗੀ? RQP। ਤਾਂ ਸਮਰੂਪ ਬਣੂਗੀ ਇਹ ਤ੍ਰਿਭੁਜ RQP ਦੇ। ਤਾਂ ਆਪਾਂ ਨੂੰ ਕੋਣ P ਪੁੱਛਿਆ, ਕੋਣ P ਉਹ ਹੋਏਗਾ ਜਿਹੜਾ ਕੋਣ C ਹੋਏਗਾ, ਕਿਉਂਕਿ ਜੇ ਤ੍ਰਿਭੁਜਾਂ ਸਮਰੂਪ ਨੇ ਉਹਨਾਂ ਦੇ ਸੰਗਤ ਕੋਣ ਬਰਾਬਰ ਹੁੰਦੇ ਨੇ, ਇਸ ਕਰਕੇ ਕੋਣ C ਬਰਾਬਰ ਕੋਣ P ਹੋਏਗਾ। ਜੇ ਆਪਾਂ ਕੋਣ C ਕੱਢ ਲੈਂਦੇ ਹਾਂ ਤਾਂ ਆਪਾਂ ਨੂੰ ਕੋਣ P ਵੀ ਪਤਾ ਲੱਗ ਜਾਏਗਾ। ਦੇਖੋ ਫਿਰ ਕੋਣ C ਕਿੰਨਾ? ਦੇਖੋ ਵੀ ਆਪਾਂ ਨੂੰ ਦਿੱਤਾ ਨਹੀਂ ਹੋਇਆ ਕੋਣ C, ਆਪਾਂ ਨੂੰ ਕੱਢਣਾ ਪਊ। ਤ੍ਰਿਭੁਜ ਦੇ ਤਿੰਨੇ ਕੋਣਾਂ ਦਾ ਜੋੜ 180 ਹੁੰਦਾ, ਮਤਲਬ 80 + 60 + ਕੋਣ C ਬਰਾਬਰ 180। 80 ਤੇ 60 ਦਾ ਜੋੜ 140 + ਕੋਣ C ਬਰਾਬਰ 180 ਦੇ। ਕੋਣ C ਬਰਾਬਰ 180 ਦੇ ਵਿੱਚੋਂ 140 ਨਿਕਲ ਜਾਣਗੇ, ਕਿੰਨਾ ਹੋ ਜਾਊਗਾ ਵੀ 40 ਡਿਗਰੀ। ਕੋਣ C 40 ਡਿਗਰੀ, ਇਸ ਕਰਕੇ ਕੋਣ P ਵੀ 40 ਡਿਗਰੀ, ਕਿਉਂਕਿ ਦੋਨੇ ਬਰਾਬਰ ਹੀ ਨੇ। ਤਾਂ ਕੋਣ P ਦਾ ਜਿਹੜਾ ਮਾਪ ਆ ਉਹ ਕਿੰਨਾ ਆ ਜਾਏਗਾ? 40 ਡਿਗਰੀ ਆ ਜਾਏਗਾ। ਨੈਕਸਟ ਇਹ ਆਪਾਂ ਕਰ ਹੀ ਲਿਆ। ਤ੍ਰਿਭੁਜ ABC ਕਿਹਦੇ ਸਮਰੂਪ ਕੱਢੀ ਸੀ ਆਪਾਂ? ਤ੍ਰਿਭੁਜ RQP ਦੇ। ਨੈਕਸਟ ਸਟੇਟਮੈਂਟ 48ਵਾਂ, ਸਾਰੇ ਵਰਗ ਸਮਰੂਪ ਹੁੰਦੇ ਹਨ। ਸਟੇਟਮੈਂਟ ਸਹੀ ਹੈ। ਨੈਕਸਟ, ਜੇਕਰ 5 ਕੀ ਸਮੀਕਰਨ 3x + y = 18 ਦਾ ਇੱਕ ਹੱਲ ਹੈ ਤਾਂ K ਦਾ ਮੁੱਲ ਹੋਏਗਾ। ਦੇਖੋ ਵੀ ਜੇ ਇਹਦਾ ਹੱਲ ਹੈ ਤਾਂ ਇਹਨੂੰ ਇਹ ਸੈਟਿਸਫਾਈ ਕਰੇਗਾ, ਇਹਨੂੰ ਸੰਤੁਸ਼ਟ ਕਰੇਗਾ। ਮਤਲਬ x ਦੀ ਥਾਂ 'ਤੇ ਆਪਾਂ 5 ਭਰਾਂਗੇ, y ਦੀ ਥਾਂ 'ਤੇ ਆਪਾਂ K ਭਰਾਂਗੇ। ਠੀਕ ਹੈ, ਤਾਂ 3x + y = 18 ਦੇ ਭਰ ਦਿਓ। x ਨੂੰ ਆਪਾਂ 5 ਭਰ ਦਾਂਗੇ, 3 × 5 = 15 ਹੋ ਜੂ। y ਨੂੰ ਆਪਾਂ K ਭਰਨਾ ਬਰਾਬਰ 18 ਦੇ। K ਬਰਾਬਰ 18 - 15, ਇਹ ਇੱਧਰ ਜੋੜਦਾ ਸੀ ਉੱਧਰ ਜਾ ਘਟਾਦਾ ਹੋ ਜਾਏਗਾ। K ਬਰਾਬਰ 18 'ਚ 15 ਕੱਢੇ 3। K ਦਾ ਮੁੱਲ ਕਿੰਨਾ ਆ ਜਾਏਗਾ? 3। ਜੇਕਰ ਇਹਦਾ ਹੱਲ ਹੈ ਤਾਂ ਇਹਨੂੰ ਸੰਤੁਸ਼ਟ ਕਰੇਗਾ, ਮਤਲਬ x ਦੀ ਥਾਂ 'ਤੇ ਆਪਾਂ 5 ਭਰ ਦਾਂਗੇ, y ਦੀ ਥਾਂ 'ਤੇ ਆਪਾਂ K ਭਰ ਦਾਂਗੇ। ਠੀਕ ਹੈ, ਤਾਂ ਸੰਤੁਸ਼ਟ ਕਰੇਗਾ, ਉੱਥੋਂ ਹੱਲ ਕਰਾਂਗੇ ਭਰ ਕੇ। K ਦਾ ਮੁੱਲ ਆਪਣੇ ਕੋਲੇ 3 ਆ ਜਾਏਗਾ। ਠੀਕ ਹੈ ਬੇਟਾ, K ਆਪਣੇ ਕੋਲੇ 3 ਆ ਜਾਏਗਾ। ਨੈਕਸਟ, ਸਮੀਕਰਨ x = 2 ਦਾ ਆਲੇਖ ਇੱਕ ਰੇਖਾ ਹੈ ਜੋ x ਧੁਰੇ ਦੇ ਸਮਾਂਤਰ ਹੁੰਦੀ। ਦੇਖ ਲੈਂਦੇ ਹਾਂ ਆਪਾਂ ਹੈਗੀ ਹੈ ਕਿ ਨਹੀਂ। x y, ਠੀਕ ਹੈ। ਸਮੀਕਰਨ x = 2, ਦੇਖੋ x1 x2, x = 2 ਦਾ ਆਲੇਖ ਆਪਾਂ 9ਵੀਂ 'ਚ ਕੀਤਾ ਸੀ, ਇਹ ਬਣੂਗਾ। ਠੀਕ ਹੈ, ਜਿੱਥੇ x 2 ਹੈ ਉਹ x = 2 ਦਾ ਆਲੇਖ ਹੈ, ਕਿਉਂਕਿ x ਇੱਥੇ 2 ਹੈ ਤਾਂ x = 2 ਇਹ ਰੇਖਾ ਬਣ ਗਈ। ਤਾਂ ਇਹ ਕਿਹਦੇ ਸਮਾਂਤਰ ਹੈ? ਵੀ ਇਹ y ਧੁਰੇ ਦੇ ਸਮਾਂਤਰ ਹੈ। y ਧੁਰਾ ਨਾ ਆਹ, ਇਹ y ਧੁਰੇ ਦੇ ਸਮਾਂਤਰ ਹੈ, ਪਰ ਇਹ ਕਹਿੰਦੇ ਵੀ ਇਹ x ਧੁਰੇ ਦੇ ਸਮਾਂਤਰ ਹੈ, ਤਾਂ ਇਹ ਸਟੇਟਮੈਂਟ ਗਲਤ ਹੈ। ਅਸੀਂ ਕਹਿੰਦੇ ਨੇ ਨਾ ਸਮੀਕਰਨ x = 2 ਦਾ ਆਲੇਖ ਇੱਕ ਰੇਖਾ ਹੈ ਜੋ x ਧੁਰੇ ਦੇ ਸਮਾਂਤਰ ਹੈ। ਨਹੀਂ, ਇਹ x ਧੁਰੇ ਦੇ ਸਮਾਂਤਰ ਨਹੀਂ ਹੈ, ਇਹ y ਧੁਰੇ ਦੇ ਸਮਾਂਤਰ ਹੈ, ਤਾਂ ਇਹ ਸਟੇਟਮੈਂਟ ਗਲਤ ਹੈ। ਠੀਕ ਹੈ, ਇਹਨੂੰ ਯਾਦ ਰੱਖਣ ਦਾ ਵੀ ਕੀ ਤਰੀਕਾ ਹੈ? ਜੇ x ਦਾ ਪੁਆਇੰਟ ਕੋਈ ਦਿੱਤਾ ਹੈ, ਠੀਕ ਹੈ, ਤਾਂ ਉਹ y ਧੁਰੇ ਦੇ ਸਮਾਂਤਰ ਹੋਊਗੀ। ਠੀਕ ਹੈ, ਜੇ y ਦਾ ਕੋਈ ਪੁਆਇੰਟ ਦਿੱਤਾ ਹੈ ਤਾਂ x ਧੁਰੇ ਦੇ ਸਮਾਂਤਰ ਹੋਊਗੀ। ਹੁਣ ਇਹ x ਦਾ ਪੁਆਇੰਟ ਦਿੱਤਾ ਸੀ, ਇਹ x ਧੁਰੇ ਦੇ ਸਮਾਂਤਰ ਨਹੀਂ ਹੈ, ਇਹ y ਧੁਰੇ ਦੇ ਸਮਾਂਤਰ ਸੀ, ਤਾਂ ਇਹ ਸਟੇਟਮੈਂਟ ਗਲਤ ਹੈ। ਠੀਕ ਹੈ ਬੇਟਾ, ਇਹ ਸੀਗੇ ਆਪਣੇ ਪਹਿਲੇ 7 ਚੈਪਟਰਾਂ ਦੇ ਵਿੱਚੋਂ ਇੱਕ ਅੰਕਾਂ ਵਾਲੇ ਪ੍ਰਸ਼ਨ, ਜਿਹੜੇ ਤੁਹਾਨੂੰ ਪੱਕੇ ਪੇਪਰ ਫਾਈਨਲ ਪੇਪਰ ਦੇ ਵਿੱਚ ਪੁੱਛੇ ਜਾ ਸਕਦੇ ਆ। ਮੈਨੂੰ ਉਮੀਦ ਆ ਤੁਹਾਨੂੰ ਇਹ ਲੈਕਚਰ ਬਹੁਤ ਵਧੀਆ ਲੱਗਿਆ ਹੋਵੇਗਾ।
ਤੇ ਤੁਸੀਂ ਇਸ ਦੇ ਵਿੱਚੋਂ ਕੁਝ ਸਿੱਖਿਆ ਵੀ ਹੋਵੇਗਾ। ਥੈਂਕ ਯੂ ਬੇਟਾ।